ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਸਾਂਝਾ ਕਰਨਾ ਟੈਕਸਸ ਦੇ ਵਿੱਚ ਜਿਹੜੀ ਗੋਲੀਬਾਰੀ ਹੋਈ ਹੈ, ਉਹਦੇ ਤੋਂ ਬਾਅਦ ਅਮਰੀਕਾ ਦੇ ਵਿੱਚ ਹਥਿਆਰਾਂ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋਏ ਨੇ, ਉਹਦੇ ਬਾਰੇ ਗੱਲਬਾਤ ਕਰਾਂਗੇ। ਰੂਸ ਯੂਕਰੇਨ ਦਾ ਯੁੱਧ ਚੱਲ ਰਿਹਾ, ਪਰ ਹੁਣ ਯੁੱਧ ਦੇ ਇਸ ਸਟੇਜ ਦੇ ਉੱਤੇ ਜਾ ਕੇ ਇੱਕ ਨਵਾਂ ਸੰਕਟ ਦੁਨੀਆ ਦੇ ਸਾਹਮਣੇ ਖੜਾ ਹੋ ਰਿਹਾ, ਜਿਹਦੇ ਨਾਲ ਮਹਿੰਗਾਈ ਦੁਨੀਆ ਦੇ ਵਿੱਚ ਇੱਕਦਮ ਵੱਧ ਜੂਗੀ। ਕੀ ਮਾਮਲਾ ਹੈ, ਇਹ ਸਾਂਝਾ ਕਰਾਂਗੇ। ਕੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿਵੇਂ ਕਿ ਆਪਣੇ BC ਦੇ ਦੌਰੇ ਦੇ ਉੱਤੇ ਆਏ ਨੇ, ਤੇ ਕੱਲ ਉਹਨਾਂ ਨੇ ਆਰੀਆ ਦੇ ਵਿੱਚ ਸਰੀ ਦੇ ਵਿੱਚ ਆਰੀਆ ਬੈਂਕਟ ਹਾਲ ਦੇ ਵਿੱਚ ਫੰਡ ਰੇਜ਼ਿੰਗ ਡਿਨਰ ਸੀ, ਨਹੀਂ ਆ ਸਕੇ। ਉੱਥੇ ਕੀ ਕਾਰਨ ਸੀ, ਇਹਦੇ ਬਾਰੇ ਵੀ ਖਾਸ ਗੱਲਬਾਤ ਕਰਨੀ ਹੈ। ਬੇਬੀ ਫਾਰਮੂਲੇ ਬਾਰੇ ਲਗਾਤਾਰ ਅਸੀਂ ਗੱਲਬਾਤ ਕਰ ਰਹੇ ਹਾਂ। ਹੁਣ ਖਬਰਾਂ ਇਹ ਆ ਰਹੀਆਂ ਕਿ ਅਮਰੀਕਾ ਵਾਲੇ ਕੈਨੇਡਾ ਤੋਂ ਬੇਬੀ ਫਾਰਮੂਲਾ ਮੰਗਵਾਉਣਾ ਸ਼ੁਰੂ ਕਰ ਰਹੇ ਨੇ ਜਾਂ ਇੱਧਰ ਉੱਧਰ ਮੰਗਵਾ ਰਹੇ ਨੇ। ਪ੍ਰੋਗਰਾਮ ਦੇ ਅੱਗੇ ਵਿੱਚ ਜਾ ਕੇ ਅਸੀਂ ਗੱਲਬਾਤ ਕਰਨੀ ਹੈ ਸੁਖੀ ਬਾਠ ਹੋਣਾ ਨਾਲ। ਇੱਥੇ ਬੈਠੇ ਤੁਸੀਂ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਆਪਣੀ ਪ੍ਰੋਪਰਟੀ ਦਾ ਹਿਸਾਬ ਕਿਤਾਬ ਕਰ ਸਕਦੇ ਹੋ, ਉਹਨੂੰ ਖਰੀਦ ਸਕਦੇ ਹੋ, ਵੇਚ ਸਕਦੇ ਹੋ, ਇਹਦੇ ਬਾਰੇ ਉਹਨਾਂ ਦੇ ਨਾਲ ਖਾਸ ਗੱਲਬਾਤ ਕਰਨੀ ਹੈ। ਡਾਕਟਰ ਗੁਲਜ਼ਾਰ ਚੀਮਾ ਹੋਣਾ ਨਾਲ ਕੱਲ੍ਹ ਦੀ ਘਟਨਾ ਬਾਰੇ ਗੱਲਬਾਤ ਕਰਾਂਗੇ ਕਿ ਆਰੀਆ ਬੈਂਕਟ ਹਾਲ ਦੇ ਵਿੱਚ ਕੀ ਵਾਪਰਿਆ, ਪ੍ਰਾਈਮ ਮਿਨਿਸਟਰ ਹੁਣ ਕਦੋਂ ਵਾਪਸ ਸਰੀ ਦੇ ਵਿੱਚ ਆਉਣਗੇ, ਕਿਉਂ ਉੱਥੇ ਵਿਰੋਧ ਹੋਇਆ, ਇਹਦੇ ਬਾਰੇ ਕੁਝ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਾਂਗੇ। ਪਹਿਲੀ ਖਬਰ ਕੱਲ੍ਹ ਦੀ ਅਮਰੀਕਾ ਦੀ ਖਬਰ। ਕੱਲ੍ਹ ਦੀ ਇਹ ਖਬਰ ਆ ਅਤੇ ਅੱਜ ਤੱਕ ਚਰਚਾ ਦੇ ਵਿੱਚ ਆ। ਖਬਰ ਤੁਸੀਂ ਸਾਰੇ ਸੁਣ ਚੁੱਕੇ ਹੋ। ਇੱਕ ਮੰਦਭਾਗੀ ਘਟਨਾ ਅਮਰੀਕਾ ਦੇ ਟੈਕਸਸ ਦੇ ਵਿੱਚ ਕੱਲ੍ਹ ਮੰਗਲਵਾਰ ਨੂੰ ਦੁਪਹਿਰ ਵੇਲੇ ਦਿਲ ਦਹਿਲਾਉਣ ਵਾਲੀ ਜਿਹੜੀ ਖਬਰ ਸੀਗੀ, ਉਹ ਸਾਡੇ ਸਾਹਮਣੇ ਆਈ ਸੀ ਕਿ ਟੈਕਸਸ ਦੇ ਵਿੱਚ ਰਾਓ ਐਲੀਮੈਂਟਰੀ ਸਕੂਲ ਦੇ ਵਿੱਚ 18 ਸਾਲ ਦੇ ਇੱਕ ਯੁਵਕ ਨੇ ਅੰਧਾਧੁੰਦ ਫਾਇਰਿੰਗ ਕੀਤੀ। ਫਾਇਰਿੰਗ ਦੇ ਵਿੱਚ 19 ਸਟੂਡੈਂਟ ਅਤੇ 2 ਟੀਚਰ, 21 ਜਣੇ ਮਾਰੇ ਗਏ। ਫਾਇਰਿੰਗ ਦੇ ਵਿੱਚ 13 ਬੱਚੇ, ਸਕੂਲ ਦੇ ਸਟਾਫ ਮੈਂਬਰਸ ਅਤੇ ਹੋਰ ਕੁਛ ਪੁਲਿਸ ਵਾਲੇ ਵੀ ਜ਼ਖਮੀ ਹੋਏ ਆ। ਸਕੂਲ ਦੇ ਵਿੱਚ ਫਾਇਰਿੰਗ ਤੋਂ ਪਹਿਲਾਂ ਉਹਨੇ ਆਪਣੀ ਗ੍ਰੈਂਡ ਮਦਰ ਨੂੰ ਕਹਿੰਦੀ ਆ ਗੋਲੀ ਮਾਰੀ ਆ ਅਤੇ ਉਹਨੂੰ ਏਅਰਲਿਫਟ ਕਰਕੇ ਹਸਪੀਟਲ ਲੈ ਕੇ ਗਏ ਆ। ਘਟਨਾ ਤੋਂ ਬਾਅਦ ਰਾਸ਼ਟਰ ਦੇ ਨਾਂ ਸੰਬੋਧਨ ਦੇ ਵਿੱਚ ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਸਾਨੂੰ ਇੱਕ ਰਾਸ਼ਟਰ ਦੇ ਤੌਰ ਦੇ ਉੱਤੇ ਹੁਣ ਪੁੱਛਣਾ ਚਾਹੀਦਾ ਕਿ ਜਿਹੜੀ ਗਨ ਲਾਬੀ ਦੇ ਖਿਲਾਫ ਹੁਣ ਕਦੋਂ ਤੱਕ ਅਸੀਂ ਖੜੇ ਹੋਵਾਂਗੇ ਅਤੇ ਕਿ ਜੋ ਉਹ ਸਾਨੂੰ ਕਦੋਂ ਕਰਨਾ ਚਾਹੀਦਾ, ਜਿਹੜਾ ਸਾਨੂੰ ਕਰਨਾ ਚਾਹੀਦਾ ਉਹ ਅਸੀਂ ਕਦੋਂ ਕਰਾਂਗੇ। ਇਹ ਸਵਾਲ ਉਹਨਾਂ ਨੇ ਦੇਸ਼ ਦੇ ਸਾਹਮਣੇ ਖੜ੍ਹਾ ਕੀਤਾ ਕਿ ਉਹ ਜਿਹੜੇ ਮਾਂ ਪਿਓ ਆਪਣੇ ਬੱਚਿਆਂ ਨੂੰ ਕਦੇ ਵੀ ਨਹੀਂ ਦੇਖ ਸਕਣਗੇ। ਬਹੁਤ ਸਾਰੀਆਂ ਜਿਹੜੀਆਂ ਆਤਮਾਵਾਂ ਸੀ ਉਹ ਦੁਖੀ ਹੋਈਆਂ ਇਸ ਸਾਰੇ ਕੁਛ ਦੇ ਨਾਲ। ਪੂਰੇ ਦਾ ਪੂਰਾ ਜਿਹੜਾ ਦੇਸ਼ ਆ ਉਹ ਸੋਗ ਦੇ ਵਿੱਚ। ਹਮਲਾਵਰ ਦੇ ਮਾਰਨੇ ਦਾ ਵੀ ਦਾਅਵਾ ਕੀਤਾ ਗਿਆ ਕਿ ਉਹਨੂੰ ਵੀ ਮਾਰ ਦਿੱਤਾ ਗਿਆ। 18 ਸਾਲਾ ਉਹ ਜਿਹੜਾ ਇਹ ਨੌਜਵਾਨ ਸੀਗਾ ਸਲਵਾਡੋਰ ਰੈਮੋਸ ਉਹਦਾ ਨਾਂ ਦੱਸਿਆ ਗਿਆ। ਕਥਿਤ ਤੌਰ ਦੇ ਉੱਤੇ ਜਿਹੜਾ ਹਮਲਾਵਰ ਸੀ ਉੱਥੇ ਦਾ ਸਟੂਡੈਂਟ ਦੱਸਦੇ ਆ। ਸਕੂਲ ਦੇ ਵਿੱਚ ਫਾਇਰਿੰਗ ਦੀ ਘਟਨਾ ਦੇ ਜਿਹੜੇ 2012 ਦੇ ਵਿੱਚ ਪਹਿਲਾਂ ਇੱਦਾਂ ਦੀ ਇੱਕ ਘਟਨਾ ਹੋਈ ਸੀ, ਉਹਦੇ ਨਾਲ ਰਲਦੀ ਮਿਲਦੀ ਦੱਸੀ ਜਾ ਰਹੀ ਹੈ। 14 ਦਸੰਬਰ 2012 ਦੇ ਵਿੱਚ ਇੱਕ 20 ਸਾਲਾਂ ਦੇ ਨੌਜਵਾਨ ਨੇ ਉੱਥੇ ਫਾਇਰਿੰਗ ਕਰਕੇ 26 ਜਣਿਆਂ ਨੂੰ ਮਾਰ ਦਿੱਤਾ ਸੀ ਅਤੇ ਇਹਨਾਂ ਦੇ ਵਿੱਚ 20 ਬੱਚੇ ਸੀ। ਇਹ ਇਤਿਹਾਸ ਦੀ ਮਤਲਬ ਸਭ ਤੋਂ ਖਤਰਨਾਕ ਸ਼ੂਟਿੰਗ ਦੱਸੀ ਜਾ ਰਹੀ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ੂਟਿੰਗਸ ਹੁੰਦੀਆਂ, ਬਹੁਤ ਸਾਰੇ ਫੈਕਟਸ ਇਹਦੇ ਸਾਹਮਣੇ ਆ ਰਹੇ ਨੇ, ਜਿਹਦੇ ਵਿੱਚ ਕਿ ਸ਼ੂਟਰ ਨੇ ਦੂਜੀ, ਤੀਜੀ ਅਤੇ ਚੌਥੀ ਜਮਾਤ 'ਚ ਪੜ੍ਹਨ ਵਾਲੇ ਨਿਆਣਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ। 4 ਦਿਨ ਦਾ ਅਮਰੀਕਾ ਦੇ ਵਿੱਚ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਆ ਅਤੇ ਕਿਹਾ ਜਾ ਰਿਹਾ ਕਿ ਉਸ ਵਿਅਕਤੀ ਨੂੰ ਵੀ ਮਾਰ ਦਿੱਤਾ ਗਿਆ ਸੀ। ਉਸ ਯੁਵਕ ਨੂੰ ਉਹ ਆਪਣੀ ਗੱਡੀ ਛੱਡ ਕੇ ਕਹਿੰਦੇ ਸਕੂਲ ਦੇ ਵਿੱਚ ਦਾਖਲ ਹੋਇਆ। ਹੈਂਡਗਨ ਅਤੇ ਇੱਕ ਰਾਈਫਲ ਉਹਦੇ ਹੱਥ ਦੇ ਵਿੱਚ ਸੀਗੀ। ਟੈਕਸਸ ਦੇ ਗਵਰਨਰ ਗ੍ਰੇਗ ਐਬਟ ਨੇ ਵੀ ਇਹਦੇ ਉੱਤੇ ਦੁੱਖ ਪ੍ਰਗਟ ਕੀਤਾ ਆ। ਰਾਸ਼ਟਰਪਤੀ ਜੋ ਬਾਈਡਨ ਨੇ ਦੁੱਖ ਪ੍ਰਗਟ ਕੀਤਾ ਆ। ਜਿਹੜੇ ਅਮਰੀਕਾ ਦਾ ਫਲੈਗ ਆ ਉਹ ਜਿਹੜੀਆਂ ਸਰਕਾਰੀ ਇਮਾਰਤਾਂ ਆ ਉਹਨਾਂ ਦੇ ਉੱਤੇ ਅੱਧਾ ਝੁਕਿਆ ਰਹੂਗਾ ਇਸ ਸੋਗ ਦੇ ਵਿੱਚ। ਇਹ ਸਾਰੇ ਕੁਛ ਤੋਂ ਬਾਅਦ ਕੁਛ ਸਵਾਲ ਇਸ ਵੇਲੇ ਅਮਰੀਕਾ ਦੇ ਵਿੱਚ ਪੈਦਾ ਹੋਏ ਨੇ ਅਤੇ ਇੱਕ ਲੰਬੇ ਸਮੇਂ ਤੋਂ ਚੱਲਦੀ ਆਉਂਦੀ ਚਰਚਾ ਅੱਗੇ ਵਧਣੀ ਸ਼ੁਰੂ ਹੋ ਗਈ ਆ ਕਿ ਜਿਹੜੀ ਗਨ ਵਾਇਲੈਂਸ ਉਹਨੂੰ ਕੰਟਰੋਲ ਕਿੱਦਾਂ ਕੀਤਾ ਜਾਵੇ। ਅਮਰੀਕਾ ਦੁਨੀਆ ਦਾ ਸਭ ਤੋਂ ਵੱਧ ਹਥਿਆਰ ਦੁਨੀਆ ਦੇ ਅਮਰੀਕਾ ਦੇ ਵਿੱਚ ਆ। ਜੇਕਰ 100 ਵਿਅਕਤੀ ਦੇ ਪਿੱਛੇ ਉੱਥੇ ਦੇਖਿਆ ਜਾਵੇ 120 ਹਥਿਆਰ ਨੇ। ਮਤਲਬ ਜੇ 100 ਵਿਅਕਤੀ ਆ ਤਾਂ 120 ਹਥਿਆਰ ਨੇ। ਜਿੰਨੀ ਅਮਰੀਕਾ ਦੀ ਪਾਪੂਲੇਸ਼ਨ ਆ ਉਸ ਪਾਪੂਲੇਸ਼ਨ ਤੋਂ ਵੀ ਜ਼ਿਆਦਾ ਉੱਥੇ ਹਥਿਆਰ ਪਏ ਨੇ। ਇਹ ਇੱਕ ਉੱਥੇ ਜਿਹੜੇ ਗਰੁੱਪ ਆ ਉਹ ਇਹ ਕਹਿੰਦਾ ਕਿ ਹਥਿਆਰ ਲੋਕਾਂ ਕੋਲ ਹੋਣੇ ਚਾਹੀਦੇ ਆ। ਉਹਨਾਂ ਦਾ ਨਾਰਾ ਇਹ ਆ ਵੀ ਬੰਦੂਕਾਂ ਬੰਦੇ ਨਹੀਂ ਮਾਰਦੀਆਂ, ਬੰਦੇ ਬੰਦੇ ਮਾਰਦੇ ਆ। ਬੰਦੂਕਾਂ ਨੂੰ ਚਲਾਉਣ ਵਾਲੇ ਬੰਦੇ ਠੀਕ ਹੋਣੇ ਚਾਹੀਦੇ ਆ, ਬੰਦੂਕਾਂ ਜਿੰਨੀਆਂ ਮਰਜ਼ੀ ਹੋਣ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਦੂਜਾ ਜਿਹੜਾ ਗਰੁੱਪ ਆ ਉਹ ਇਹ ਕਹਿੰਦਾ ਕਿ ਨਹੀਂ, ਅਵੇਲੇਬਿਲਿਟੀ ਇੱਕ ਬਹੁਤ ਵੱਡਾ ਫੈਕਟਰ ਆ, ਕਿਉਂਕਿ ਜਿਹੜੇ ਹਥਿਆਰ ਅਵੇਲੇਬਲ ਨੇ ਅਤੇ ਉਹ ਜ਼ਿਆਦਾ ਘਟਨਾਵਾਂ ਵਾਪਰਦੀਆਂ ਅਤੇ ਉਹਦੇ ਨਾਲ ਜ਼ਿਆਦਾ ਮੌਤਾਂ ਹੁੰਦੀਆਂ। ਇਸ ਕਰਕੇ ਇਹਨਾਂ ਦੇ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ ਵੀ ਜਿਵੇਂ ਕਿਸੇ ਨੇ ਫਲ ਸਬਜ਼ੀ ਲੈਣ ਜਾਣਾ ਹੁੰਦਾ, ਇੱਦਾਂ ਜਾ ਕੇ ਉੱਥੇ ਗਨ ਖਰੀਦੀ ਜਾ ਸਕਦੀ ਹੈ। ਸਸਤੀ ਬਹੁਤ ਆ, ਇਹਨੂੰ ਮਹਿੰਗੀ ਕਰ ਦੇਣਾ ਚਾਹੀਦਾ ਜਾਂ ਕੁਛ ਨਾ ਕੁਛ ਕੀਤਾ ਜਾਣਾ ਚਾਹੀਦਾ ਕਿ ਆਮ ਬੰਦੇ ਦੀ ਵੱਸ ਦੇ ਵਿੱਚੋਂ ਬਾਹਰ ਹੋ ਜਾਵੇ, ਉਹਦੀ ਐਕਸੈਸ ਨਾ ਹੋਵੇ ਇਹਦੇ ਤੱਕ। ਜਿਹਨੂੰ ਦੇਸੀ ਭਾਸ਼ਾ 'ਚ ਸਮਝਣਾ ਹੋਵੇ, ਇਸ ਵੇਲੇ 9 ਕਰੋੜ ਜਿਹੜੀਆਂ ਅਮਰੀਕਾ ਦੇ ਵਿੱਚ ਬੰਦੂਕਾਂ ਸੀ। 50 ਸਾਲ ਬਾਅਦ ਅਮਰੀਕਾ ਦੇ ਵਿੱਚ ਬੰਦੂਕਾਂ ਹੋਰ ਵੱਧਦੀਆਂ ਆ। ਗਿਣਤੀ ਵੀ ਲੋਕਾਂ ਦੀ ਲਗਾਤਾਰ ਵੱਧਦੀ ਜਾ ਰਹੀ ਆ। ਇਹਦੇ ਵਿੱਚ ਜਿਹੜੀਆਂ ਸਮੂਹਕ ਹੱਤਿਆਵਾਂ ਹੁੰਦੀਆਂ ਉਹਨਾਂ ਦੀ ਗਿਣਤੀ ਵੀ ਵੱਧਦੀ ਆ। ਇਸੇ ਸਾਲ ਦੇ ਵਿੱਚ ਗੋਲੀਬਾਰੀ ਦੀਆਂ 27 ਘਟਨਾਵਾਂ ਸਾਹਮਣੇ ਆਈਆਂ ਅਮਰੀਕਾ ਦੇ ਵਿੱਚ।
10 ਦਿਨ ਪਹਿਲਾਂ ਅਜੇ ਨਿਊਯਾਰਕ ਦੇ ਵਿੱਚ ਬਫਲੋ ਦੇ ਵਿੱਚ ਆਪਾਂ ਗੱਲਬਾਤ ਕਰਕੇ ਹਟੇ ਹਾਂ ਕਿ ਕਿਸ ਤਰੀਕੇ ਨਾਲ ਉਹਨੇ ਗੋਲੀਆਂ ਚਲਾ ਕੇ 10 ਲੋਕਾਂ ਨੂੰ ਮਾਰ ਦਿੱਤਾ। ਜਦੋਂ ਇਹ ਖਬਰ ਆਉਂਦੀ ਆ ਉਦੋਂ ਹੀ ਇਹਦੇ ਉੱਤੇ ਚਰਚਾ ਛਿੜ ਜਾਂਦੀ ਆ ਕਿ ਕਿੰਨੀਆਂ ਦੁਨੀਆ ਦੇ ਵਿੱਚ ਕਿੰਨੀਆਂ ਕਿ ਬੰਦੂਕਾਂ ਨੇ, ਇਹ ਦੱਸਣਾ ਔਖਾ, ਪਰ ਅਮਰੀਕਾ ਦੇ ਵਿੱਚ ਬੰਦੂਕਾਂ ਦੱਸਦੇ ਆ ਕਿ 100 ਦੇ ਪਿੱਛੇ 120 ਨੇ। ਸਵਿਟਜ਼ਰਲੈਂਡ ਦੀ ਇੱਕ ਨਾਮੀ ਰਿਸਰਚ ਆਰਗੇਨਾਈਜੇਸ਼ਨ ਆ ਸਲਾਮ ਸਰਵੇ ਨਾਮ ਦੇ ਇੱਕ ਅਧਿਐਨ ਦੇ ਵਿੱਚ ਅੰਦਾਜ਼ਾ ਲਾਇਆ ਗਿਆ ਸੀ 2018 ਦੇ ਵਿੱਚ ਕਿ 39 ਕਰੋੜ ਦੁਨੀਆ ਭਰ ਦੇ ਵਿੱਚ, ਯਾਨੀ ਕਿ 390 ਮਿਲੀਅਨ ਬੰਦੂਕਾਂ ਹੈਗੀਆਂ, ਤੇ ਅਮਰੀਕਾ ਦੇ ਵਿੱਚ 100 ਦੇ ਪਿੱਛੇ 120 ਆ, ਜਦੋਂ ਕਿ 2011 ਦੇ ਵਿੱਚ ਇਹ 100 ਦੇ ਪਿੱਛੇ 88 ਸੀ। ਮਤਲਬ 2011 ਤੋਂ ਲੈ ਕੇ 10 ਸਾਲਾਂ ਦੇ ਵਿੱਚ 21 ਤੱਕ ਇਹ ਗਿਣਤੀ ਵੱਧ ਗਈ ਆ ਤੇ 88 ਤੋਂ 120 ਦੇ ਉੱਤੇ ਪਹੁੰਚ ਗਈ ਆ। ਦੁਨੀਆ ਦੇ ਕਿਸੇ ਵੀ ਦੇਸ਼ ਨਾਲੋਂ ਉਹਨਾਂ ਦਾ ਮੁਕਾਬਲਾ ਕਰਨਾ ਹੋਵੇ, ਅਮਰੀਕਾ ਦੇ ਕੋਲ ਹਥਿਆਰ ਜ਼ਿਆਦਾ ਨੇ। ਹੁਣ ਜਿਹੜੇ ਅੰਕੜੇ ਸਾਹਮਣੇ ਆਏ ਆ ਉਹ ਇਹ ਵੀ ਦੱਸਦੇ ਆ ਕਿ ਜਿੱਦਾਂ ਜਿੱਦਾਂ ਸਮਾਂ ਲੰਘ ਰਿਹਾ, ਅਮਰੀਕਾ ਦੇ ਵਿੱਚ ਹਥਿਆਰ ਰੱਖਣ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ। 2019 ਤੋਂ ਲੈ ਕੇ 2021 ਤੱਕ, ਮਤਲਬ ਆ ਜਿਹੜਾ ਕਰੋਨਾ ਵਾਇਰਸ ਸੀ, ਇਸੇ ਸਮੇਂ ਦੇ ਵਿੱਚ 7.5 ਮਿਲੀਅਨ ਜਿਹੜੇ ਅਮਰੀਕਨ ਸੀਗੇ ਉਹਨਾਂ ਨੇ ਪਹਿਲੀ ਵਾਰੀ ਗਨ ਖਰੀਦੀ ਆ। 7.5 ਮਿਲੀਅਨ 2 ਸਾਲਾਂ ਦੇ ਵਿੱਚ 75 ਲੱਖ ਬੰਦੇ ਨੇ ਬੰਦੂਕਾਂ ਪਹਿਲੀ ਵਾਰ ਲਈਆਂ। ਇਹ ਅੰਕੜਾ ਵੀ ਬਹੁਤ ਵੱਡਾ ਆ। ਮਤਲਬ ਇਹ ਆ ਕਿ ਇੰਨੇ ਲੋਕਾਂ ਦੇ ਘਰਾਂ ਦੇ ਵਿੱਚ ਇਹ ਜਿਹੜੀਆਂ ਬੰਦੂਕਾਂ, ਜਿਨ੍ਹਾਂ ਦੇ ਘਰਾਂ ਦੇ ਵਿੱਚ ਬੱਚੇ ਬੰਦੂਕਾਂ ਆਈਆਂ, ਉਹਨਾਂ ਦੇ ਘਰਾਂ ਦੇ ਵਿੱਚ ਬੱਚੇ ਵੀ ਸ਼ਾਮਲ ਆ, ਉੱਥੇ ਬੱਚੇ ਵੀ ਨੇ। ਇਹ ਬੰਦੂਕ ਖਰੀਦਣ ਵਾਲਿਆਂ ਦੀ ਅੱਧੀ ਗਿਣਤੀ ਜਿਹੜੀ ਆ ਉਹ ਔਰਤਾਂ ਦੀ ਆ। ਰਿਪੋਰਟ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਕਿਉਂਕਿ ਬੰਦੂਕ ਘਰ ਦੇ ਵਿੱਚ ਆ ਰਹੀ ਆ ਤੇ ਘਰ ਦੇ ਵਿੱਚ ਬੱਚੇ ਵੀ ਹੈਗੇ ਆ, ਤੇ ਬੱਚਿਆਂ ਦੇ ਕੋਲੋਂ ਗਲਤੀ ਨਾਲ ਜਾਂ ਕਿਸੇ ਤਰ੍ਹਾਂ ਜਦੋਂ ਉਹ ਬੰਦੂਕ ਚੱਲਦੀ ਆ ਤਾਂ ਉਹਦੇ ਨਾਲ ਵੀ ਜਿਹੜੀਆਂ ਬੱਚਿਆਂ ਦੀਆਂ ਜ਼ਖਮੀ ਹੋਣ ਦੀਆਂ ਜਾਂ ਮਰਨ ਦੀਆਂ ਘਟਨਾਵਾਂ ਉਹਦੇ ਵਿੱਚ ਵਾਧਾ ਹੋਇਆ। ਹੁਣ ਇਸ ਵੇਲੇ 45,000 ਦੇ ਵਿੱਚੋਂ 54% ਮੌਤਾਂ ਜਿਹੜੀਆਂ ਆ, ਜਾਣੀ ਕਿ 24,300 ਮੌਤ ਜਿਹੜੀ ਆ ਉਹ ਦੱਸਦੇ ਆ ਆਤਮ ਹੱਤਿਆਵਾਂ ਨੇ। ਮਤਲਬ ਉਹ ਗਨਜ਼ ਦੇ ਨਾਲ ਬੰਦਾ ਆਪਣੇ ਆਪ ਨੂੰ ਹੀ ਮਾਰ ਲੈਂਦਾ ਆ। 2016 ਦੇ ਵਿੱਚ ਇੱਕ ਅਧਿਐਨ ਕੀਤਾ ਗਿਆ ਸੀ ਅਮਰੀਕਾ ਦੇ ਵਿੱਚ, ਉਹ ਇਹ ਦੱਸਦਾ ਕਿ ਅਮਰੀਕਾ ਦੇ ਵਿੱਚ ਸੁਸਾਈਡ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਉਹਨਾਂ ਲੋਕਾਂ ਦੇ ਕੋਲ ਹਥਿਆਰ ਨੇ। ਹੁਣ ਇਹਨੂੰ ਬੰਦ ਕਿੱਦਾਂ ਕੀਤਾ ਜਾਵੇ, ਇਹ ਉੱਥੇ ਦਾ ਇੱਕ ਰਾਜਨੀਤਿਕ ਮੁੱਦਾ ਹੈ, ਬਹੁਤ ਵੱਡਾ ਮੁੱਦਾ ਹੈ। ਰਾਸ਼ਟਰਪਤੀ ਟਰੰਪ ਇਹਦੇ ਹੱਕ ਵਿੱਚ ਨਹੀਂ ਸੀਗੇ, ਬਰਾਕ ਓਬਾਮਾ ਤੇ ਹੁਣ ਜੋ ਬਾਈਡਨ ਜਿਹੜੇ ਆ ਉਹ ਇਹਦੇ ਉੱਤੇ ਪਾਬੰਦੀ ਲਾਉਣ ਦੇ ਹੱਕ ਦੇ ਵਿੱਚ ਆ, ਪਰ ਕਹਿੰਦੇ ਉੱਥੇ ਦੀ ਕੁਝ ਲੌਬੀਜ਼ ਇੰਨੀਆਂ ਸਟਰੋਂਗ ਨੇ ਕਿ ਜਿਹੜੀਆਂ ਇੱਦਾਂ ਹੋਣ ਨਹੀਂ ਦਿੰਦੀਆਂ, ਔਰ ਉਹਨਾਂ ਕੋਲੇ ਬੜੇ ਸਟਰੋਂਗ ਲੌਜਿਕ ਨੇ ਇਸ ਗੱਲ ਦੇ ਕਿ ਜਿਹੜੀਆਂ ਬੰਦੂਕਾਂ ਬੰਦੇ ਨਹੀਂ ਮਾਰਦੀਆਂ, ਬੰਦੇ ਮਾਰਦੇ ਆ। ਜਦੋਂ ਇਹ ਦੇਖਿਆ ਜਾਂਦਾ ਕਿ ਦੁਨੀਆ ਦੇ ਵਿੱਚ ਕਿਹੜੇ ਦੇਸ਼ ਦੇ ਕੋਲ ਬੰਦੂਕਾਂ ਸਭ ਤੋਂ ਜ਼ਿਆਦਾ ਨੇ, ਗਨਜ਼ ਸਭ ਤੋਂ ਜ਼ਿਆਦਾ ਨੇ, ਤਾਂ ਉਹ ਅਮਰੀਕਾ ਆ। ਹੁਣ ਇਸ ਹਿਸਾਬ ਦੇ ਨਾਲ ਬੰਦੂਕਾਂ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵੀ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ ਜੇ ਪਰ ਕੈਪੀਟਾ ਦੇ ਹਿਸਾਬ ਨਾਲ ਦੇਖਿਆ ਜਾਵੇ। ਪਰ ਜੇ ਮਤਲਬ 1000 ਦੇ ਪਿੱਛੇ ਜਾਂ 100 ਦੇ ਪਿੱਛੇ ਕਿੰਨੇ ਬੰਦੇ ਮਰਦੇ, ਉਸ ਦੇ ਵਿੱਚ ਅਮਰੀਕਾ ਜਾ ਕੇ 10ਵੇਂ 15ਵੇਂ ਨੰਬਰ ਦੇ ਉੱਤੇ ਆਉਂਦਾ। ਇਹ ਉੱਤੇ ਥੱਲੇ ਹੁੰਦਾ, ਬਹੁਤ ਥੱਲੇ ਚਲੇ ਜਾਂਦਾ। ਹੋਰ ਦੇਸ਼, ਜਿਨ੍ਹਾਂ ਦੇਸ਼ਾਂ ਦੇ ਕੋਲ 100 ਦੇ ਪਿੱਛੇ ਸਿਰਫ 5-7 ਲੋਕਾਂ ਕੋਲ ਹੀ ਬੰਦੂਕ ਨੇ, ਉਹਨਾਂ ਦੇਸ਼ਾਂ ਦੇ ਵਿੱਚ ਬੰਦੂਕ ਨਾਲ ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਆ ਪਰਸੈਂਟੇਜ ਫੀਸਦੀ ਦੇ ਹਿਸਾਬ ਨਾਲ। ਅਮਰੀਕਾ ਜਿੱਥੇ 100 ਦੇ ਪਿੱਛੇ 120 ਜਿਹੜੇ ਬੰਦੂਕਾਂ ਨੇ, ਉੱਥੇ ਮਰਨ ਵਾਲਿਆਂ ਦੀ ਗਿਣਤੀ ਘੱਟ ਆ। ਸੋ ਇਸ ਫੈਕਟ ਨੂੰ ਇੱਕ ਬਹੁਤ ਸਟਰੋਂਗ ਲੌਜਿਕ ਵਜੋਂ ਵਰਤਿਆ ਜਾਂਦਾ ਕਿ ਜਿੱਥੇ ਬੰਦੂਕਾਂ ਜ਼ਿਆਦਾ ਨੇ, ਮੌਤਾਂ ਉਹਦਾ ਕਾਰਨ ਨਹੀਂ ਆ, ਇਹਦਾ ਕਾਰਨ ਕੋਈ ਹੋਰ ਹੈਗਾ ਆ ਜਿਹੜਾ ਲੋਕਾਂ ਦੇ ਦਿਮਾਗਾਂ ਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ। ਹੁਣ ਇਹ ਜਿਹੜਾ ਨੌਜਵਾਨ 18 ਸਾਲਾਂ ਦਾ ਜਿਹਨੇ ਮਾਰ ਦਿੱਤੇ, ਦੱਸਦੇ ਆ ਕਿ ਇਹਦਾ ਬਚਪਨ ਵੀ ਆਮ ਵਰਗਾ ਨਹੀਂ ਸੀ। ਕਈ ਇਹਦੇ ਮਾਨਸਿਕ ਕਾਰਨ ਦੱਸਦੇ ਆ ਕਿ ਜਿਨ੍ਹਾਂ ਦੇ ਵਿੱਚੋਂ ਇਹ ਲੰਘਦਾ ਸੀ। ਹੁਣ ਦੂਜੇ ਪਾਸੇ ਅਮਰੀਕੀ ਸੰਵਿਧਾਨ ਲੋਕਾਂ ਨੂੰ ਹੱਕ ਦਿੰਦਾ ਹਥਿਆਰ ਰੱਖਣ ਦਾ। ਬਹਿਸ ਹੁੰਦੀ ਹੈ, ਇੱਕ ਪਾਸੇ ਉਹ ਲੋਕ ਆ ਜਿਹੜੇ ਹਥਿਆਰਾਂ ਉੱਤੇ ਹੋਰ ਰੋਕ ਲਾਉਣ ਦੀ ਹਮਾਇਤ ਕਰਦੇ ਆ, ਦੂਜੇ ਪਾਸੇ ਉਹ ਲੋਕ ਆ ਜਿਹੜੇ ਹਥਿਆਰਾਂ ਦੇ ਰੱਖਣ ਦੇ ਹੱਕ ਨੂੰ ਬਚਾਉਣਾ ਚਾਹੁੰਦੇ ਆ, ਤੇ ਜਿਹੜਾ ਹੱਕ ਉਹਨਾਂ ਨੂੰ ਅਮਰੀਕੀ ਸੰਵਿਧਾਨ ਦਿੰਦਾ ਆ। 1775 ਦੀ ਆਜ਼ਾਦੀ ਦੀ ਲੜਾਈ ਤੋਂ ਬਾਅਦ ਜਿੰਨੀਆਂ ਵੀ ਲੜਾਈਆਂ ਹੋਈਆਂ, ਉਹਨਾਂ ਵਿੱਚ ਮਾਰੇ ਗਏ ਫੌਜੀਆਂ ਦੀ ਗਿਣਤੀ ਤੋਂ ਕਿਤੇ ਜ਼ਿਆਦਾ ਲੋਕ ਇਹਨਾਂ ਬੰਦੂਕਾਂ ਦੇ ਨਾਲ ਇੱਦਾਂ ਮਾਰੇ ਗਏ ਨੇ ਜਿਸ ਤਰ੍ਹਾਂ ਕੱਲ੍ਹ ਘਟਨਾ ਵਾਪਰੀ ਹੈ। ਅਮਰੀਕਾ ਦੇ US ਸੈਂਟਰ ਫॉर ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ CDC ਮੁਤਾਬਕ 2020 ਦੇ ਵਿੱਚ ਅਮਰੀਕਾ ਦੇ ਵਿੱਚ 45,000 ਤੋਂ ਜ਼ਿਆਦਾ ਲੋਕ ਬੰਦੂਕ ਨਾਲ ਮਾਰੇ ਗਏ ਆ, ਤੇ ਇਹਨਾਂ ਦੇ ਵਿੱਚ ਦੂਜਿਆਂ ਨੂੰ ਮਾਰਨਾ ਵੀ ਸ਼ਾਮਲ ਆ ਤੇ ਆਤਮ ਹੱਤਿਆਵਾਂ ਵੀ ਸ਼ਾਮਲ ਨੇ। ਬੰਦੂਕਾਂ 'ਤੇ ਕਾਬੂ ਕਰਨ ਦੇ ਲਈ ਕਾਨੂੰਨ ਵਿੱਚ ਸਖਤੀ ਕਰਨ ਦੀ ਲੋੜ ਆ ਕਿ ਨਹੀਂ? 2 ਸਾਲ ਪਹਿਲਾਂ ਇਹਦੇ ਬਾਰੇ ਅਮਰੀਕਾ ਦੇ ਵਿੱਚ ਇੱਕ ਸਰਵੇ ਕੀਤਾ। 52% ਲੋਕਾਂ ਨੇ ਕਿਹਾ ਕਿ ਸਮਰਥਨ ਕਰਨਾ ਚਾਹੀਦਾ, ਤੇ 35% ਲੋਕਾਂ ਦਾ ਮੰਨਣਾ ਹੈ ਕਿ ਕੋਈ ਬਦਲਾਅ ਕਰਨ ਦੀ ਲੋੜ ਨਹੀਂ ਹੈ। 11% ਲੋਕ ਇਹ ਆ ਜਿਨ੍ਹਾਂ ਦਾ ਇਹ ਮੰਨਣਾ ਆ ਕਿ ਇਹ ਜਿਹੜਾ ਕਾਨੂੰਨ ਹੈਗਾ ਇਹਨੂੰ ਵੀ ਹੋਰ ਨਰਮ ਕਰਨਾ ਚਾਹੀਦਾ, ਬੰਦੇ ਨੂੰ ਹੋਰ ਹਥਿਆਰ ਰੱਖਣ ਦੀ ਖੁੱਲ੍ਹ ਹੋਣੀ ਚਾਹੀਦੀ ਆ। ਜਿਹੜੀ ਡੈਮੋਕ੍ਰੈਟਿਕ ਪਾਰਟੀ ਆ ਉੱਥੇ, ਉਹਨਾਂ ਦੇ 91% ਸਮਰਥਕ ਉਹਨਾਂ ਨੇ ਇੱਕੋ ਰਾਏ ਦਿੱਤੀ ਆ ਕਿ ਕਾਨੂੰਨ ਨੂੰ ਸਖਤ ਕੀਤਾ ਜਾਵੇ, ਇਹਨੂੰ ਕੰਟਰੋਲ ਕੀਤਾ ਜਾਵੇ। 24% ਜਿਹੜੇ ਰਿਪਬਲਿਕਨ ਆ
ਉਹ ਸਮਰਥਕ ਇਹਦੇ ਹੱਕ ਦੇ ਵਿੱਚ ਆ। ਹੁਣ ਅਸਲ ਦੇ ਵਿੱਚ ਉੱਥੇ ਰੌਲਾ ਕੀ ਹੈ, ਇਹਦਾ ਵਿਰੋਧ ਕੌਣ ਕਰ ਰਿਹਾ? ਅਮਰੀਕਾ ਦੇ ਵਿੱਚ ਬੰਦੂਕਾਂ ਦਾ ਸਮਰਥਨ ਕਰਨ ਵਾਲੀ ਇੱਕ ਵੱਡੀ ਲੌਬੀ ਆ ਜਿਹਨੂੰ ਕਹਿੰਦੇ ਨੈਸ਼ਨਲ ਰਾਈਫਲ ਐਸੋਸੀਏਸ਼ਨ, ਜਾਣੀ ਕਿ NRA। ਦੱਸਦੇ ਆ ਕਿ ਇਹਦੇ ਕੋਲ ਇੰਨਾ ਪੈਸਾ ਆ ਕਿ ਇਹ ਉੱਥੋਂ ਦੇ ਜਿਹੜੇ ਸੰਸਦ ਮੈਂਬਰ ਨੇ ਉਹਨਾਂ ਨੂੰ ਪ੍ਰਭਾਵਿਤ ਕਰਨ ਦੀ ਵੀ ਸਮਰੱਥਾ ਰੱਖਦੇ ਆ, ਇਹ ਕੁਝ ਵੀ ਕਰਵਾ ਸਕਦੇ ਆ। ਜਿਹੜੇ ਮਤਲਬ ਬਹੁਤ ਜ਼ਿਆਦਾ ਪੈਸਾ ਦੱਸਦੇ ਆ ਕਿ ਇਸ ਗੱਲ ਦੇ ਲਈ ਵੀ ਖਰਚਿਆ ਜਾਂਦਾ। ਉੱਥੇ ਜਿਹੜੇ NRA ਆ ਉਹ ਇਲੈਕਸ਼ਨ ਦੇ ਵਿੱਚ ਪੈਸਾ ਖਰਚਦੀ ਆ, ਜਾਂ ਇੱਦਾਂ ਦੇ ਹੋਰ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਜਿਹੜੇ ਗਨ ਕਲਚਰ ਦੇ ਉੱਤੇ ਰੋਕ ਲਾਉਣ ਦੀ ਗੱਲਬਾਤ ਕਰਦੇ ਆ, ਉਹਨਾਂ ਦੇ ਵਿਰੋਧ ਦੇ ਵਿੱਚ ਪੈਸਾ ਖਰਚਦੇ ਆ। ਬਹੁਤ ਵੱਡਾ ਸਵਾਲ, ਬਹੁਤ ਵੱਡੀ ਬਹਿਸ ਅੱਜ ਅਮਰੀਕਾ ਦੇ ਵਿੱਚ ਚੱਲ ਰਹੀ ਆ ਕਿ ਇਹਦਾ ਕੀ ਹੱਲ ਹੋਣਾ ਚਾਹੀਦਾ। ਜਦੋਂ ਕੋਈ ਇੱਦਾਂ ਦੀ ਘਟਨਾ ਵਾਪਰਦੀ ਆ ਉਹਦੇ ਤੋਂ ਬਾਅਦ ਬਹਿਸ ਛਿੜਦੀ ਆ। ਪਰ ਅਮਰੀਕਾ ਦੇ ਵਿੱਚ ਹਥਿਆਰ ਦੁਨੀਆ ਦੇ ਕਿਸੇ ਵੀ ਦੇਸ਼ ਨਾਲੋਂ ਜ਼ਿਆਦਾ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਦੁਨੀਆ ਦੇ ਵਿੱਚ ਜਿੱਥੇ ਬੰਦੂਕਾਂ ਦੇ ਨਾਲ ਲੋਕ ਸਭ ਤੋਂ ਵੱਧ ਮਾਰੇ ਜਾਂਦੇ ਨੇ, ਅਮਰੀਕਾ ਉਹਨਾਂ ਦੇਸ਼ਾਂ ਦੇ ਵਿੱਚ ਨਹੀਂ ਆ। ਉਹਨਾਂ ਦੇਸ਼ਾਂ ਦੇ ਵਿੱਚ ਬਹੁਤ ਥੱਲੇ ਚਲਿਆ ਜਾਂਦਾ। ਇੱਥੇ ਇਹ ਵੀ ਗੱਲ ਧਿਆਨ ਦੇਣ ਵਾਲੀ ਆ ਕਿ ਅਮਰੀਕਾ ਦੀ ਪਾਪੂਲੇਸ਼ਨ ਬਹੁਤ ਆ। ਚੀਨ ਤੇ ਭਾਰਤ ਤੋਂ ਬਾਅਦ ਅਮਰੀਕਾ ਤੀਜਾ ਸਭ ਤੋਂ ਵੱਡਾ ਦੇਸ਼ ਆ ਦੁਨੀਆ ਦੇ ਵਿੱਚ ਜਿੱਥੇ ਪਾਪੂਲੇਸ਼ਨ ਜ਼ਿਆਦਾ ਆ। ਇਸ ਕਰਕੇ ਉਹਦੀ ਗਨ ਵਾਇਲੈਂਸ ਜਿਹੜੀ ਆ ਉਹ ਜ਼ਿਆਦਾ ਚਰਚਾ ਦੇ ਵਿੱਚ ਆਉਂਦੀ ਆ। ਪਰ ਸਵਾਲ ਬਹੁਤ ਸਾਰੇ ਇਸ ਵੇਲੇ ਉੱਠ ਰਹੇ ਨੇ ਕਿ ਇਹਦਾ ਪੱਕਾ ਹੱਲ ਕੀ ਕੀਤਾ ਜਾਣਾ ਚਾਹੀਦਾ। ਰੂਸ ਯੂਕਰੇਨ ਯੁੱਧ ਲਗਾਤਾਰ ਚੱਲ ਰਿਹਾ ਆ, ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਰ ਹੁਣ ਇਸ ਵੇਲੇ ਇੱਕ ਨਵਾਂ ਮੋੜ ਇਸ ਯੁੱਧ ਦੇ ਵਿੱਚ ਆ ਰਿਹਾ ਔਰ ਉਸ ਮੋੜ ਦਾ ਸਿੱਧਾ ਅਸਰ ਰੂਸ ਯੂਕਰੇਨ ਦੇ ਉੱਤੇ ਤਾਂ ਪੈਣਾ ਹੀ ਪੈਣਾ, ਦੁਨੀਆ ਦੇ ਬਾਕੀ ਦੇਸ਼ਾਂ ਦੇ ਉੱਤੇ ਵੀ ਪੈਣਾ। ਤੇ ਸਭ ਤੋਂ ਵੱਡਾ ਅਸਰ ਇਹ ਪੈਣਾ ਕਿ ਦੁਨੀਆ ਦੇ ਵਿੱਚ ਮਹਿੰਗਾਈ ਵੱਧ ਜਾਣੀ ਆ। ਮਾਮਲਾ ਕੀ ਆ? US ਇੰਟੈਲੀਜੈਂਸ ਇਸ ਵੇਲੇ ਦੱਸ ਰਹੀ ਆ ਕਿ ਜਿਹੜੇ ਰੂਸ ਆ ਉਹਨੇ ਯੂਕਰੇਨ ਦੀਆਂ ਬਹੁਤ ਸਾਰੀਆਂ ਬੰਦਰਗਾਹਾਂ ਨੂੰ ਘੇਰ ਲਿਆ ਤੇ ਜਿਹੜਾ ਯੂਕਰੇਨ ਤੋਂ ਸਮਾਨ ਬਾਕੀ ਦੁਨੀਆ ਨੂੰ ਜਾਂਦਾ ਉਹਨੂੰ ਉਹਨੇ ਰੋਕਣਾ ਸ਼ੁਰੂ ਕਰ ਦਿੱਤਾ, ਜਿਹਦੇ ਵਿੱਚ ਕਣਕ ਵੀ ਆ, ਜਿਹਦੇ ਵਿੱਚ ਸਨਫਲਾਵਰ ਆਇਲ ਵੀ ਆ, ਜਿਹਦੇ ਵਿੱਚ ਹੋਰ ਖਾਣ ਪੀਣ ਦਾ ਸਮਾਨ ਵੀ ਆ। ਇਸ ਲੜਾਈ ਤੋਂ ਪਹਿਲਾਂ ਸ਼ਾਇਦ ਦੁਨੀਆ ਦੇ ਬਹੁਤੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਕਿ ਦੁਨੀਆ ਦਾ ਬਹੁਤਾ ਖਾਣਾ ਪੀਣਾ ਯੂਕਰੇਨ ਦੇ ਸਿਰ 'ਤੇ ਚੱਲਦਾ। ਜਿਹੜੇ ਖਾਣ ਪੀਣ ਦਾ ਸਮਾਨ ਦਾ ਇੱਕ ਵੱਡਾ ਹਿੱਸਾ ਦੁਨੀਆ ਦੇ ਵਿੱਚ ਆਉਂਦਾ ਉਹ ਯੂਕਰੇਨ ਤੋਂ ਆਉਂਦਾ। ਯੂਕਰੇਨ ਰੂਸ ਦੀ ਲੜਾਈ ਲੱਗੀ ਆ। ਬਹੁਤੀ ਦੁਨੀਆ ਦੇ ਜਿਹੜੇ ਬਹੁਤੇ ਦੇਸ਼ ਆ ਉਹ ਇਸ ਵੇਲੇ ਯੂਕਰੇਨ ਦੇ ਨਾਲ ਖੜੇ ਆ, ਜਿਨ੍ਹਾਂ ਦੇ ਵਿੱਚ ਅਮਰੀਕਾ ਵੀ ਸ਼ਾਮਲ ਆ, ਕੈਨੇਡਾ ਵੀ ਸ਼ਾਮਲ ਆ, ਤੇ ਨੈਟੋ ਵੀ ਸ਼ਾਮਲ ਆ, ਯੂਰਪ ਦੇ ਬਹੁਤ ਸਾਰੇ ਦੇਸ਼ ਸ਼ਾਮਲ ਆ। ਉਸ ਵੇਲੇ ਰੂਸ ਇਹਨਾਂ ਦੇ ਨਾਲ ਲੜ ਰਿਹਾ ਤੇ ਰੂਸ ਨੇ ਹੁਣ ਕਰਨਾ ਕੀ ਸ਼ੁਰੂ ਕਰ ਦਿੱਤਾ? ਜਿੱਥੇ ਉਹ ਹਥਿਆਰਾਂ ਦੇ ਨਾਲ ਲੜਾਈ ਲੜ ਰਿਹਾ, ਉੱਥੇ ਇਸ ਲੜਾਈ ਦੇ ਅਗਲੇ ਪੈਂਤੜੇ ਦੇ ਵਿੱਚ ਉਹਨੇ ਬਲੈਕ ਸੀ ਦੇ ਵਿੱਚ ਯੂਕਰੇਨ ਦੀਆਂ ਬੰਦਰਗਾਹਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ। ਭਾਵ ਦੁਨੀਆ ਦੀ ਜਿਹੜੀ ਸਪਲਾਈ ਚੇਨ ਆ ਉਹਨੂੰ ਰੋਕਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਇੱਥੋਂ ਸਮਾਨ ਹੀ ਨਹੀਂ ਬਾਹਰ ਜਾਣ ਦੇਣਾ। ਤੇ ਜਦੋਂ ਸਮਾਨ ਬਾਹਰ ਨਹੀਂ ਜਾਊਗਾ, ਬਾਕੀ ਦੁਨੀਆ ਦੇ ਵਿੱਚ ਚੀਜ਼ਾਂ ਮਹਿੰਗੀਆਂ ਹੋਣਗੀਆਂ, ਉਹਨਾਂ ਦੀ ਤਕਲੀਫ ਹੋਊਗੀ ਤੇ ਸਿੱਧਾ ਅਸਰ ਦੁਨੀਆ ਦੇ ਉੱਤੇ ਇੱਕ ਪ੍ਰੈਸ਼ਰ ਪਊਗਾ ਕਿ ਉਹ ਸਾਡੀ ਗੱਲ ਮੰਨ ਕੇ ਸਾਡੀਆਂ ਸ਼ਰਤਾਂ ਦੇ ਉੱਤੇ ਇਸ ਯੁੱਧ ਨੂੰ ਬੰਦ ਕਰ ਦੇਣ ਜਾਂ ਯੂਕਰੇਨ ਨੂੰ ਉਹਨਾਂ ਦੇ ਪਾਸੇ ਦੇ ਵਿੱਚ ਕਰ ਦੇਣ। ਇਹ ਇਸ ਵੇਲੇ ਦੱਸਦੇ ਆ ਕਿ ਦੁਨੀਆ ਦੇ ਲੀਡਰ ਇਸ ਵੇਲੇ ਇਸ ਉੱਤੇ ਗੱਲਬਾਤ ਕਰ ਰਹੇ ਆ ਕਿ ਗਲੋਬਲ ਫੂਡ ਸਪਲਾਈ ਚੇਨ ਦੇ ਉੱਤੇ ਵੱਡਾ ਅਸਰ ਪੈ ਸਕਦਾ। ਆਉਣ ਵਾਲੇ ਦਿਨਾਂ ਦੇ ਵਿੱਚ ਪੋਲੀਟੀਕਲ ਇੰਸਟੇਬਿਲਿਟੀ ਹੋ ਸਕਦੀ ਆ, ਸ਼ਾਰਟੇਜ ਹੋ ਸਕਦੀ ਆ ਜਿਹੜੀਆਂ ਖਾਣ ਪੀਣ ਦੀਆਂ ਵਸਤਾਂ ਨੇ ਉਹਨਾਂ ਦੀਆਂ। ਰਸ਼ੀਆ ਦੀ ਨੇਵੀ ਨੇ ਇਸ ਵੇਲੇ ਜ਼ਿਆਦਾ ਕੰਟਰੋਲ ਕਰ ਦਿੱਤਾ ਉਹ ਸਾਰੇ ਟ੍ਰੈਫਿਕ ਦੇ ਵਿੱਚ ਜਿਹੜਾ ਬਲੈਕ ਸੀ ਦੇ ਵਿੱਚ ਹੈਗਾ, ਤੇ ਜਿਹੜੀ ਕਮਰਸ਼ੀਅਲ ਸ਼ਿਪਿੰਗ ਆ ਉੱਥੇ ਅਨਸੇਫ ਹੋ ਗਈ ਆ। ਇਹ ਗੱਲ US ਗਵਰਨਮੈਂਟ ਦੇ ਡਾਕੂਮੈਂਟਸ ਕਹਿ ਰਹੇ ਆ, ਜਿਹੜੇ ਕੁਛ ਇਸ ਦੀਆਂ ਨਿਊਜ਼ ਏਜੰਸੀਆਂ ਨੇ ਇਕੱਠੇ ਕੀਤੇ ਆ। ਡਾਕੂਮੈਂਟ ਜਿਹੜੇ ਇਸ ਵੇਲੇ ਉਹਨਾਂ ਦੇ ਇੰਟੈਲੀਜੈਂਸ ਦੇ ਆਧਾਰ ਦੇ ਉੱਤੇ ਦੱਸ ਰਹੇ ਆ ਕਿ ਰਸ਼ੀਅਨ ਨੇਵਲ ਐਕਟੀਵਿਟੀ ਯੂਕਰੇਨ ਦੇ ਉਸ ਸਦਰਨ ਕੋਸਟ ਵਾਲੇ ਜਿੱਥੇ ਪੈਨਸੂਏਲਾ ਆ ਉਧਰਲੇ ਪਾਸੇ ਜਿਹੜੀ ਜ਼ਿਆਦਾ ਹੋ ਗਈ ਆ। 2014 ਦੇ ਵਿੱਚ ਬਲੈਕਟ ਜਿਹੜਾ ਹੋਇਆ ਸੀ ਇੱਥੇ ਰਸ਼ੀਆ ਦੀ ਇਨਵੇਜਨ ਦੇ ਵਿੱਚ ਫਰਵਰੀ ਦੇ ਵਿੱਚ, ਉਸ ਵੇਲੇ ਵੀ ਇਦਾਂ ਦੇ ਹਾਲਾਤ ਸੀਗੇ। ਤੇ ਇਸ ਵੇਲੇ ਹੁਣ ਜਦੋਂ ਉਹਨਾਂ ਨੇ ਇੱਕ ਬੜੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਆ, ਤਾਂ ਦੁਨੀਆ ਦੇ ਉੱਤੇ, ਕਿਉਂਕਿ ਯੂਕਰੇਨ ਦੁਨੀਆ ਨੂੰ 10% ਵੀਟ ਐਕਸਪੋਰਟ ਕਰਦਾ ਆ, ਮਤਲਬ ਦੁਨੀਆ ਦੇ ਸਾਰੀ ਕਣਕ ਦਾ 10% ਇਕੱਲਾ ਯੂਕਰੇਨ ਕਰਦਾ ਹੈ। ਤੇ ਜੇ ਯੂਕਰੇਨ 10% ਦੁਨੀਆ ਦੇ ਵਿੱਚੋਂ ਸਪਲਾਈ ਦੇ ਵਿੱਚੋਂ ਪਾਸੇ ਹਟ ਜਾਣਾ, ਕੁਦਰਤੀ ਤੌਰ ਤੇ ਬਹੁਤ ਵੱਡਾ ਅਸਰ ਪਊਗਾ। ਤੇ ਉਹਦੇ ਵਿੱਚੋਂ ਜਿਹੜੀ 95% ਆ 2020 ਦੇ ਵਿੱਚ ਸੀ, ਉਹ ਸਾਰੇ ਬਲੈਕ ਸੀ ਦੀਆਂ ਪੋਰਟਸ ਤੋਂ ਹੁੰਦੀ ਆ। ਤੇ ਜੇ ਬਲੈਕ ਸੀ ਦੀਆਂ ਪੋਰਟਸ ਨੂੰ ਹੀ ਰਸ਼ੀਆ ਨੇ ਬੰਦ ਕਰ ਦਿੱਤਾ ਤੇ ਕੁਦਰਤੀ ਤੌਰ ਤੇ ਉਹਦੇ ਉੱਤੇ ਵੱਡਾ ਅਸਰ ਪੈਣਾ ਆ। ਥੋੜ੍ਹੇ ਦਿਨ ਪਹਿਲਾਂ ਵੀ ਇਸ ਮਾਮਲੇ ਦੇ ਉੱਤੇ ਵਾਰਨਿੰਗ ਦਿੱਤੀ ਸੀ ਦੁਨੀਆ ਦੇ ਲੀਡਰਾਂ ਨੇ ਕਿ ਰਸ਼ੀਆ ਜਿਹੜਾ ਬਲੌਕੇਡ ਕਰ ਰਿਹਾ ਉੱਥੇ, ਇਹਦੇ ਨਾਲ ਬਹੁਤ ਵੱਡਾ ਗਲੋਬਲ ਸਟੇਬਿਲਿਟੀ ਦੇ ਉੱਤੇ ਜਿਹੜਾ ਅਸਰ ਪੈ ਸਕਦਾ। ਜਦੋਂ ਦੀ ਇਹ ਲੜਾਈ ਸ਼ੁਰੂ ਹੋਈ ਆ, ਯੂਕਰੇਨ ਨੂੰ ਗਲੋਬਲ ਫੂਡ ਬਾਸਕਟ ਕਿਹਾ ਜਾਂਦਾ, ਮਤਲਬ ਦੁਨੀਆ ਦਾ ਖਾਣਾ ਬਹੁਤਾ ਇੱਧਰਲੇ ਪਾਸਿਓਂ ਆਉਂਦਾ।
ਜਿਹੜਾ ਸਭ ਤੋਂ ਵੱਡਾ ਐਕਸਪੋਰਟਰ ਆ ਦੁਨੀਆ ਦਾ ਸਨਫਲਾਵਰ ਆਇਲ ਦਾ, ਸੂਰਜਮੁਖੀ ਦਾ ਤੇਲ, ਜਿਹੜਾ ਖਾਣ ਵਾਲਾ ਤੇਲ, ਐਡੀਬਲ ਆਇਲ ਆ, ਬਹੁਤ ਸਾਰਾ ਇੱਥੋਂ ਆਉਂਦਾ, ਜਿਹੜਾ ਬਹੁਤੀ ਦੁਨੀਆ ਵਰਤਦੀ ਆ ਸਭ ਤੋਂ ਜ਼ਿਆਦਾ ਯੂਕਰੇਨ ਤੋਂ। ਚੌਥਾ ਸਭ ਤੋਂ ਵੱਡਾ ਇਹ ਕਾਰਨ ਦਾ ਐਕਸਪੋਰਟਰ ਆ, ਮੱਕੀ ਇੱਥੋਂ ਆਉਂਦੀ ਆ। ਇਸੇ ਤਰ੍ਹਾਂ ਪੰਜਵਾਂ ਸਭ ਤੋਂ ਵੱਡਾ ਇਹ ਵੀਟ ਦਾ ਐਕਸਪੋਰਟਰ ਆ। ਕਾਰਨ, ਸਨਫਲਾਵਰ ਆਇਲ ਤੇ ਵੀਟ, ਇਹ ਸਿੱਧਾ ਇਹਨਾਂ ਦਾ ਅਸਰ ਖਾਣ ਪੀਣ ਦੇ ਨਾਲ ਆ। ਤੇ ਇਹਨਾਂ ਤੋਂ ਬਾਅਦ ਜਿਹੜੀਆਂ ਖਾਣ ਪੀਣ ਵਾਲੀਆਂ ਵਸਤਾਂ ਦੁਨੀਆ ਦੇ ਵਿੱਚ ਬਣਦੀਆਂ ਉਹਨਾਂ ਦੇ ਉੱਤੇ ਇਹਦਾ ਅਸਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਿੱਧਾ ਪੈ ਜਾਣਾ ਆ। ਯੂਰਪ ਦੇ ਵਿੱਚ ਇਹਦੇ ਬਾਰੇ ਹੁਣ ਗੱਲਬਾਤ ਸ਼ੁਰੂ ਹੋਈ ਆ, ਉੱਥੇ ਚਿੰਤਾ ਜਿਹੜੀ ਪਈ ਆ, ਇਹ ਵੀ ਦੱਸ ਰਹੇ ਆ ਜਿਹੜੇ ਵਰਲਡ ਇਕਨੋਮਿਕ ਫੋਰਮ ਡੈਵਸ ਦੇ ਵਿੱਚ ਹੋਈ ਸੀ ਸਵਿਟਜ਼ਰਲੈਂਡ ਦੇ ਵਿੱਚ ਮੰਗਲਵਾਰ ਨੂੰ, ਉਹਦੇ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ 20 ਮਿਲੀਅਨ ਟਨ ਕਣਕ ਸਟਰੱਕ ਪਈ ਆ ਯੂਕਰੇਨ ਦੇ ਵਿੱਚ। 20 ਮਿਲੀਅਨ ਟਨ ਜਿਹੜੀ ਕਣਕ ਆ ਉੱਥੇ ਸਟਰੱਕ ਪਈ ਆ, ਉੱਥੋਂ ਬਾਹਰ ਨਹੀਂ ਨਿਕਲ ਰਹੀ। ਤੇ ਰੂਸ ਜਾਣ ਬੁੱਝ ਕੇ ਡੈਲੀਬਰੇਟਲੀ ਉੱਥੇ ਬੰਬਿੰਗ ਕਰ ਰਿਹਾ। ਉਹਨਾਂ ਦੇ ਜਿਹੜੇ ਯੂਕਰੇਨ ਦੇ ਗ੍ਰੇਨ ਵੇਅਰ ਹਾਊਸਿਸ ਨੇ, ਜਿੱਥੇ ਉਹਨਾਂ ਦਾ ਇਹ ਦਾਣਾ ਖਾਣ ਪੀਣ ਦਾ ਸਟੋਰ ਕੀਤਾ ਹੈ, ਉੱਥੇ ਜਾਣ ਬੁੱਝ ਕੇ ਜਿਹੜਾ ਉੱਥੇ ਹਮਲੇ ਕਰ ਰਿਹਾ। ਤੇ ਇੱਕ ਤਰੀਕੇ ਦੇ ਨਾਲ ਦੁਨੀਆ ਨੂੰ ਬਲੈਕਮੇਲ ਕੀਤਾ ਜਾ ਰਿਹਾ ਕਿ ਉੱਥੋਂ ਸਪਲਾਈ ਅਸੀਂ ਰੋਕ ਲਈਏ। ਤੇ ਜਦੋਂ ਉੱਥੋਂ ਸਪਲਾਈ ਰੁਕਦੀ ਆ, ਫਿਰ ਦੁਨੀਆ ਦੇ ਵਿੱਚ ਇੱਕ ਤਾਂ ਸਪਲਾਈ ਘਟੂਗੀ, ਉਹਦੇ ਨਾਲ ਕੀਮਤਾਂ ਹੋਰ ਵੀ ਜ਼ਿਆਦਾ ਵਧਣ ਦੀ ਗੱਲਬਾਤ ਕੀਤੀ ਜਾ ਰਹੀ ਆ। ਕੈਨੇਡਾ, ਅਮਰੀਕਾ ਵਰਗਾ ਦੇਸ਼ ਜਿੱਥੇ ਇਸ ਵੇਲੇ ਮਹਿੰਗਾਈ ਬਹੁਤ ਉੱਤੇ ਪਹੁੰਚੀ ਆ, ਜਿੱਥੇ ਲੋਕ ਖਾਣ ਪੀਣ ਦੇ ਸਮਾਨ ਨੂੰ ਲੈਣ ਬਾਰੇ ਕਦੇ ਸੋਚਦੇ ਨਹੀਂ ਸੀ ਕਿ ਕਿਹੜੀ ਚੀਜ਼ ਲੈਣੀ ਆ, ਕਿਹੜੀ ਚੀਜ਼ ਨਹੀਂ ਲੈਣੀ। ਸਰਵੇ ਦੱਸਦੇ ਆ ਕਿ ਲੋਕ ਇੱਕ ਚੀਜ਼ ਨੂੰ ਚੱਕ ਕੇ 4 ਵਾਰੀ ਸੋਚਦੇ ਆ, ਇਹ ਲਈ ਜਾਵੇ ਜਾਂ ਇਹਦੇ ਤੋਂ ਬਿਨਾਂ ਸਰਦਾ ਆ। ਲੋਕਾਂ ਨੇ ਮੀਟ ਵਾਲਾ ਜਿਹੜੀਆਂ ਆਈਟਮਸ ਨੇ ਉਹਨੂੰ ਕੱਟ ਕਰਨਾ ਸ਼ੁਰੂ ਕਰ ਦਿੱਤਾ। ਫਰੂਟ, ਵੈਜੀਟੇਬਲਸ, ਇਹਨਾਂ ਨੂੰ ਕੱਟ ਕਰਨਾ ਸ਼ੁਰੂ ਕਰ ਦਿੱਤਾ। ਆਪਣੀ ਗਰੋਸਰੀ ਦੇ ਵਿੱਚ ਸਸਤੀਆਂ ਆਪਸ਼ਨ ਲੱਗਣ ਲੱਗ ਪਏ ਆ। ਇਹ ਇੰਨਾ ਵੱਡਾ ਅਸਰ ਇਸ ਯੁੱਧ ਦਾ ਇੱਥੇ ਹੁਣ ਤੱਕ ਪੈ ਚੁੱਕਾ। ਤੇ ਜੇ ਇਸ ਵੇਲੇ ਰਸ਼ੀਆ ਆਪਣੀ ਸਕੀਮ ਦੇ ਵਿੱਚ ਕਾਮਯਾਬ ਹੋ ਜਾਂਦਾ, ਬਲੈਕ ਸੀ ਦੇ ਵਿੱਚ ਉਹਨਾਂ ਪੋਰਟਸ ਦੇ ਉੱਤੇ ਉਹਨਾਂ ਨੂੰ ਰੋਕ ਦਿੰਦਾ ਸਮਾਨ ਨੂੰ ਆਉਣ ਜਾਣ ਤੋਂ, ਤਾਂ ਕੁਦਰਤੀ ਤੌਰ ਦੇ ਉੱਤੇ ਜਿਹੜੇ ਬਹੁਤ ਨਾਜ਼ੁਕ ਦੇਸ਼ ਨੇ, ਜਿਹੜੇ ਬਹੁਤ ਡਿਪੈਂਡ ਕਰਦੇ ਨੇ ਇਹਦੇ ਉੱਤੇ, ਉਹਨਾਂ ਦੇ ਉੱਤੇ ਪਹਿਲਾਂ ਅਸਰ ਪਊਗਾ ਤੇ ਹੌਲੀ ਹੌਲੀ ਫਿਰ ਇਹ ਪੂਰੀ ਦੁਨੀਆ ਦੇ ਉੱਤੇ ਇਹਦਾ ਅਸਰ ਪੈਣਾ ਆ। ਮਹਿੰਗਾਈ ਹੋਰ ਵਧੂਗੀ ਤੇ ਇਹਦੇ ਨਾਲ ਫਿਰ ਸ਼ਾਇਦ ਕੋਈ ਗੱਲਬਾਤ ਕਿਸੇ ਪਾਸੇ ਜਿਹੜੀ ਜਾ ਸਕਦੀ ਹੈ। ਔਰ ਯੂਕਰੇਨ ਦੇ ਵਿੱਚ ਆਪਣੇ ਦੇ ਵਿੱਚ ਵੀ ਜਿਹੜੀ ਫੂਡ ਸਪਲਾਈ, ਉਹਦੇ ਉੱਤੇ ਵੀ ਵੱਡਾ ਅਸਰ ਆ ਜਿੱਥੇ, ਕਿਉਂਕਿ ਉੱਥੇ ਲੜਾਈ ਚੱਲ ਰਹੀ ਆ। ਤੇ ਹੁਣ ਪੂਰੀ ਦੁਨੀਆ ਦੇ ਉੱਤੇ ਵੀ ਇਹਦਾ ਵੱਡਾ ਅਸਰ ਆ। ਔਰ ਕਈ ਹਫ਼ਤਿਆਂ ਤੋਂ ਜਿਹੜੇ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਵਲਾਦੀਮੀਰ ਜ਼ੈਲੈਂਸਕੀ, ਉਹ ਕਹਿ ਰਹੇ ਆ ਵੈਸਟਰਨ ਪਾਵਰਸ ਨੂੰ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਇਹ ਬਲੌਕੇਡ ਆ ਇੱਥੇ ਕੀਤਾ, ਇਹਨੂੰ ਤੋੜੋ, ਸਾਡਾ ਸਮਾਨ ਬਾਹਰ ਜਾਣ ਦਿਓ। ਪਰ ਇਹਦਾ ਕੋਈ ਵੀ ਹੱਲ ਨਹੀਂ ਲੁਕਿਆ। ਬਾਰ-ਬਾਰ ਗੱਲ ਕੀਤੀ ਜਾ ਰਹੀ ਹੈ ਕਿ 22 ਮਿਲੀਅਨ ਟਨ ਦੇ ਗ੍ਰੇਨ, ਸਨਫਲਾਵਰ ਤੇ ਦੂਜੇ ਫੂਡ ਉੱਥੇ ਪਏ ਆ, ਤੇ ਜਿਹੜੇ ਜੇ ਬਾਹਰ ਨਾ ਆਏ ਤਾਂ ਜਿੱਥੇ ਯੂਕਰੇਨ ਦੇ ਉੱਤੇ ਤਾਂ ਸਿੱਧਾ ਅਸਰ ਪੈ ਰਿਹਾ ਆ, ਦੁਨੀਆ ਦੀ ਮਾਰਕੀਟ ਦੇ ਉੱਤੇ ਵੀ ਪੈਣਾ ਆ। ਯੂਨਾਈਟਿਡ ਸਟੇਟ ਦਾ ਕੋਈ ਵੀ ਵੈਸਲ ਉੱਥੇ ਬਲੈਕ ਸੀ ਦੇ ਵਿੱਚ ਨਹੀਂ ਆ। ਪਰ ਇਹ ਲੜਾਈ ਸਿੱਧੀ ਰੂਸ ਤੇ ਯੂਕਰੇਨ ਦੀ ਨਾ ਹੋ ਕੇ ਰੂਸ ਤੇ ਅਮਰੀਕਾ ਦੀ ਵੀ ਮੰਨੀ ਜਾਂਦੀ ਆ। ਤੇ ਇਸ ਲੜਾਈ ਨੂੰ ਹੁਣ ਅੱਗੇ ਇਹਦਾ ਕਿਹੜਾ ਰੁਖ ਆਉਂਦਾ ਆ, ਤੇ ਇਸ ਚੀਜ਼ ਦਾ ਦੁਨੀਆ ਦੇ ਉੱਤੇ ਕਿਸ ਤਰੀਕੇ ਨਾਲ ਮਹਿੰਗਾਈ ਦੇ ਉੱਤੇ ਅਸਰ ਪੈਂਦਾ, ਤੇ ਦੁਨੀਆ ਇਹਦਾ ਫਿਰ ਹੱਲ ਕੀ ਲੱਭਦੀ ਆ, ਇਹ ਇਸ ਵੇਲੇ ਬਹੁਤ ਵੱਡਾ ਸਵਾਲ ਆ। ਪਰ ਪੂਰੀ ਦੁਨੀਆ ਨੂੰ ਇਸ ਵੇਲੇ ਚਿੰਤਾ ਦੇ ਵਿੱਚ ਇਸ ਚੀਜ਼ ਨੇ ਪਾਇਆ ਕਿ ਜੇ ਉੱਥੋਂ ਸਮਾਨ ਨਾ ਥੋੜ੍ਹੇ ਸਮੇਂ ਦੇ ਵਿੱਚ ਨਿਕਲਿਆ ਤਾਂ ਮਹਿੰਗਾਈ ਹੋਰ ਵਧੂਗੀ, ਫੂਡ ਸ਼ਾਰਟੇਜ ਦੁਨੀਆ ਦੇ ਵਿੱਚ ਹੋਰ ਆ ਸਕਦੀ ਆ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਬ੍ਰਿਟਿਸ਼ ਕੋਲੰਬੀਆ ਦੇ ਦੌਰੇ 'ਤੇ ਨੇ, ਤੇ ਕੱਲ੍ਹ ਉਹਨਾਂ ਨੂੰ ਆਪਣਾ ਪਲਾਨ ਕੈਂਸਲ ਕਰਨਾ ਪਿਆ। ਇੱਕ ਫੰਡ ਰੇਜ਼ਿੰਗ ਡਿਨਰ ਦਾ ਮੰਗਲਵਾਰ ਸ਼ਾਮ ਨੂੰ ਇੱਥੇ ਉਹਨਾਂ ਨੇ ਆਰੀਆ ਬੈਂਕਟ ਹਾਲ ਦੇ ਵਿੱਚ ਕੀਤਾ ਸੀ। ਦੱਸਦੇ ਆ ਕਿ ਬਾਹਰ ਬਹੁਤ ਸਾਰੇ ਪ੍ਰੋਟੈਸਟਰ ਇਕੱਠੇ ਹੋ ਗਏ, ਉੱਥੇ ਬਹੁਤ ਸਾਰੇ ਰੇਸ਼ੀਅਲ ਸਲਰਸ ਜਿਹੜੇ ਸੀਗੇ ਉਹ ਹੋਏ। ਜਿਹੜੇ ਕਈ ਲੋਕ ਸੀਗੇ ਉਸ ਕਨਵੈਨਸ਼ਨ ਸੈਂਟਰ ਦੇ ਵਿੱਚ, ਸਾਊਥ ਏਸ਼ੀਅਨ ਜਿਹੜੇ ਲੋਕ ਪਹੁੰਚੇ ਸੀਗੇ, ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ। ਸਿਚੁਏਸ਼ਨ ਥੋੜ੍ਹੀ ਜਿਹੀ ਜ਼ਿਆਦਾ ਗੰਭੀਰ ਹੋ ਗਈ ਉੱਥੇ, ਕਿਉਂਕਿ ਬਹੁਤ ਸਾਰੇ ਲੋਕ ਉੱਥੇ ਵੈਡਿੰਗ ਅਟੈਂਡ ਕਰਨ ਵੀ ਆਏ ਸੀ ਦੂਜੇ ਪਾਸੇ, ਤੇ ਉਹਨਾਂ ਨੂੰ ਵੀ ਕਈ ਇਸ ਤਰ੍ਹਾਂ ਦੀਆਂ ਗੱਲਾਂ ਦਾ ਸਾਹਮਣਾ ਕਰਨਾ ਪਿਆ। ਪੋਡੀਅਮ ਤੋਂ ਇੱਕ ਵਿਅਕਤੀ ਨੇ ਉੱਥੇ ਬੋਲ ਕੇ ਗੱਲਬਾਤ ਦੱਸੀ ਆ ਇਸ ਸੰਕਟ ਬਾਰੇ। ਪ੍ਰਾਈਮ ਮਿਨਿਸਟਰ ਅੰਦਰ ਨਹੀਂ ਆਏ ਉੱਥੇ ਆਰੀਆ ਕਨਵੈਨਸ਼ਨ ਸੈਂਟਰ ਦੇ ਵਿੱਚ, ਤੇ ਉਹਨਾਂ ਨੇ ਜਿਹੜਾ ਭੀੜ ਨੂੰ, ਜਿਹੜੀ ਉੱਥੇ ਕਰਾਊਡ ਸੀਗੀ ਇਕੱਠੀ ਹੋਈ, 3 ਮਿੰਟ ਵਰਚੁਅਲੀ ਸੰਬੋਧਨ ਕੀਤਾ ਤੇ ਆਪ ਉੱਥੇ ਨਹੀਂ ਪਹੁੰਚੇ। ਤੇ ਇਹਦੇ ਨਾਲ ਕਈ ਗੱਲਾਂ ਬਾਤਾਂ ਸਾਹਮਣੇ ਆ ਗਈਆਂ, ਕਿਉਂਕਿ ਲੀਡਰਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਲਗਾਤਾਰ ਵੱਧ ਰਿਹਾ। ਥੋੜ੍ਹੇ ਦਿਨ ਪਹਿਲਾਂ ਅਸੀਂ ਖਬਰ ਸਾਂਝੀ ਕੀਤੀ ਸੀ ਕਿ NDP ਦੇ ਆਗੂ ਜਗਮੀਤ ਸਿੰਘ ਦੇ ਉੱਤੇ ਲੋਕਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਆ। ਕੱਲ੍ਹ ਇੱਥੇ ਆਰੀਆ ਹਾਲ ਦੇ ਵਿੱਚ ਡਿਫੈਂਸ ਮਿਨਿਸਟਰ ਅਨੀਤਾ ਆਨੰਦ, ਉਹਨਾਂ ਨੇ ਐਡਰੈਸ ਕੀਤਾ ਆ,
ਤੇ ਉਹਦੇ ਤੋਂ ਬਾਅਦ ਫਿਰ ਹੁਣ ਉਹ ਅੱਗੇ ਕਦੋਂ ਆਉਂਦੇ ਆ, ਇਸ ਮਾਮਲੇ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਅਸੀਂ ਡਾਕਟਰ ਗੁਲਜ਼ਾਰ ਚੀਮਾ ਦੇ ਨਾਲ ਵੀ ਗੱਲਬਾਤ ਕਰਨੀ ਹੈ ਕਿ ਉਹ ਕੀ ਉਹਨਾਂ ਦਾ ਕੀ ਕਹਿਣਾ ਆ ਤੇ ਇਹ ਕਿਉਂ ਵਾਪਰਿਆ, ਹੁਣ ਪ੍ਰਾਈਮ ਮਿਨਿਸਟਰ ਇੱਥੇ ਕਦੋਂ ਆਉਂਦੇ ਆ ਤੇ ਕੀ ਗੱਲਬਾਤ ਹੁੰਦੀ ਹੈ। ਪ੍ਰੋਗਰਾਮ ਦੇ ਅੱਗੇ ਵਿੱਚ ਚੱਲ ਕੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਅਗਲੀ ਖਬਰ ਜਿਹੜੀ ਬੇਬੀ ਫਾਰਮੂਲਾ ਦੇ ਮਾਮਲੇ ਦੇ ਵਿੱਚ ਆ, ਪਿਛਲੇ ਲਗਾਤਾਰ ਕਈ ਦਿਨਾਂ ਤੋਂ ਅਸੀਂ ਇਹ ਖਬਰ ਤੁਹਾਡੇ ਨਾਲ ਸਾਂਝੀ ਹੈ ਕਿ ਅਮਰੀਕਾ ਦੇ ਵਿੱਚ ਮਿਸ਼ੀਗਨ ਦੇ ਵਿੱਚ ਕੁਝ ਫੈਕਟਰੀਆਂ ਨੂੰ ਬੰਦ ਕਰਨ ਤੋਂ ਬਾਅਦ ਇਹ ਸੰਕਟ ਪੈਦਾ ਹੋਇਆ। ਹੁਣ ਹੋ ਕੀ ਰਿਹਾ, ਜਿਨ੍ਹਾਂ ਦੇ ਘਰ ਪਹਿਲਾ ਬੱਚਾ ਆ ਉਹਨਾਂ ਨੂੰ ਬਹੁਤਿਆਂ ਨੂੰ ਇਹ ਨਹੀਂ ਪਤਾ ਕਿ ਫਾਰਮੂਲਾ ਸਾਨੂੰ ਕਿੰਨਾ ਚਾਹੀਦਾ ਆ, ਬੇਬੀ ਨੇ ਕਿੰਨੀ ਫੀਡ ਲੈਣੀ ਆ। ਤੇ ਉਸ ਮਾਮਲੇ ਦੇ ਵਿੱਚ ਇੱਕ ਕੁਝ ਇਨਸੀਡੈਂਟ ਇੱਦਾਂ ਦੇ ਸਾਹਮਣੇ ਆ ਰਹੇ ਆ ਕਿ ਜਿਹੜੇ ਲੋਕ ਵਾਸ਼ਿੰਗਟਨ ਵਾਲੇ ਪਾਸੇ ਰਹਿ ਰਹੇ ਆ, ਇੱਧਰ ਸਿਐਟਲ ਵਾਲੇ ਪਾਸੇ ਰਹਿ ਰਹੇ ਆ, ਬਾਰਡਰ ਦੇ ਦੂਜੇ ਪਾਸੇ ਰਹਿ ਰਹੇ ਆ, ਉਹ ਇੱਧਰ ਆਪਣੇ ਦੋਸਤਾਂ ਰਿਸ਼ਤੇਦਾਰਾਂ ਜਾਂ ਘਰਦਿਆਂ ਨੂੰ ਕਹਿ ਰਹੇ ਆ ਕਿ ਤੁਸੀਂ ਇੱਧਰੋਂ ਫਾਰਮੂਲਾ ਲੈ ਕੇ ਸਾਨੂੰ ਇੱਧਰ ਫੜਾ ਕੇ ਜਾਓ, ਬੇਬੀ ਫਾਰਮੂਲਾ। ਔਰ ਇੱਕ ਔਰਤ ਨੇ ਆਪਣੀ ਕਹਾਣੀ ਸਾਂਝੀ ਕੀਤੀ ਆ, ਉਹ ਕਹਿੰਦੀ ਆ ਵੀ ਮੈਂ ਤੇ ਮੇਰੇ ਵਰਗੇ ਬਹੁਤ ਸਾਰੇ ਜਿਹੜੇ ਮਾਪੇ ਆ ਉਹ ਇਸ ਵੇਲੇ ਸੰਕਟ ਦੇ ਵਿੱਚ ਆ, ਵੱਡੀ ਸ਼ਾਰਟੇਜ ਬੇਬੀ ਫਾਰਮੂਲਾ ਦੀ ਆਈ ਹੈ ਤੇ ਅਸੀਂ ਆਪਣੇ ਘਰਦਿਆਂ ਨੂੰ ਇੱਧਰਲੇ ਪਾਸੇ ਕਹਿ ਰਹੇ ਹਾਂ ਕਿ ਤੁਸੀਂ ਸਾਨੂੰ ਜਿਹੜਾ ਬੇਬੀ ਫਾਰਮੂਲਾ ਆ ਉਹ ਸਾਡੇ ਕੋਲ ਫੜਾ ਕੇ ਜਾਓ। ਉਸ ਔਰਤ ਨੇ ਆਪਣੀ ਗੱਲਬਾਤ ਦੱਸੀ ਕਿ 7 ਮਈ ਨੂੰ ਉਹਨਾਂ ਦੇ ਜਿਹੜਾ ਬੱਚਾ ਹੋਇਆ ਹੈ ਉਹਦੇ ਤੋਂ ਬਾਅਦ ਇੱਕਦਮ ਜਿਹੜੀ ਇਹ ਸ਼ਾਰਟੇਜ ਆ ਗਈ ਆ ਤੇ ਉਹਨਾਂ ਨੂੰ, ਕਿਉਂਕਿ ਨਿਊ ਪੇਰੈਂਟ ਨੇ, ਪਤਾ ਨਹੀਂ ਲੱਗਦਾ ਕਿ ਕਿੰਨੀ ਸਪਲਾਈ ਉਹਨਾਂ ਨੂੰ ਚਾਹੀਦੀ ਆ, ਤੇ ਅੱਜ ਕਹਿੰਦੇ ਵੀ ਸਾਡੇ ਕੋਲ ਆਪਣੇ ਬੇਟੇ ਨੂੰ ਦੇਣ ਦੇ ਲਈ ਆਖਰੀ ਬੋਟਲ ਬਚੀ ਆ, ਸਾਡੇ ਕੋਲੇ ਬੇਬੀ ਫਾਰਮੂਲਾ ਹੈ ਨਹੀਂ। ਤੇ ਉਹ ਫਿਰ ਹੁਣ ਇੱਧਰਲੇ ਪਾਸੇ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਰਹੇ ਕਿ ਜੇ ਤੁਹਾਨੂੰ ਇੱਧਰੋਂ ਕਿਤੋਂ ਮਿਲਦਾ ਤਾਂ ਤੁਸੀਂ ਇੱਧਰਲੇ ਪਾਸੇ ਦੇ ਜੋ। ਸ਼ਾਰਟੇਜ ਕੈਨੇਡਾ ਦੇ ਵਿੱਚ ਵੀ ਬਹੁਤ ਵੱਡੀ ਆ, ਜਦੋਂ ਅਮਰੀਕਾ ਦੇ ਵਿੱਚ ਸ਼ਾਰਟੇਜ ਆਈ ਆ ਤਾਂ ਉਹਦਾ ਅਸਰ ਕੈਨੇਡਾ ਦੇ ਉੱਤੇ ਵੀ ਸਿੱਧਾ ਪਿਆ। ਪੇਰੈਂਟਸ ਜਿਹੜੇ ਆ ਉਹ ਇਸ ਵੇਲੇ ਕਿਸੇ ਨਾ ਕਿਸੇ ਤਰ੍ਹਾਂ ਯੂਜ਼ ਟੂ ਹੋ ਰਹੇ ਆ, ਕੁਛ ਹੋਰ ਚੀਜ਼ਾਂ ਜਿਹੜੀ ਟਰਾਈ ਕਰ ਰਹੇ ਆ ਕਿ ਕੁਛ ਹੋਰ ਦਿੱਤਾ ਜਾਵੇ। ਹੈਲਥ ਜਿਹੜੇ ਅਧਿਕਾਰੀ ਨੇ, ਸਿਹਤ ਅਧਿਕਾਰੀ, ਇਹ ਕਹਿ ਰਹੇ ਆ ਕਿ ਆਪਣੇ ਆਪ ਫਾਰਮੂਲਾ ਬਣਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਕਿਉਂਕਿ ਬਹੁਤਾ ਜ਼ਿਆਦਾ ਨਿਊ ਬੋਰਨ ਨੂੰ ਜਦੋਂ ਦਿੱਤਾ ਜਾਂਦਾ ਤਾਂ ਉਹਦੇ ਵਿੱਚ ਬਹੁਤ ਚੀਜ਼ਾਂ ਮੈਟਰ ਕਰਦੀਆਂ ਕਿ ਉਹਦੀ ਕਿੰਨੀ ਕੁਆਂਟੀਟੀ ਹੋਣੀ ਚਾਹੀਦੀ ਔਰ ਉਹਦੇ ਵਿੱਚ ਕੀ ਹੋਣਾ ਚਾਹੀਦਾ। ਸੋ ਕੁਛ ਲੋਕਾਂ ਨੂੰ ਇੱਧਰੋਂ ਫਾਰਮੂਲਾ ਮਿਲ ਰਿਹਾ ਹੈ, ਉਹ ਉੱਧਰਲੇ ਪਾਸੇ ਦੇ ਰਹੇ ਆ, ਇੱਧਰਲੇ ਪਾਸੇ ਵਾਲੇ ਕਈ ਜਿਹੜੇ ਆ ਉਧਰਲੇ ਪਾਸਿਓਂ ਕਿਸੇ ਨਾ ਕਿਸੇ ਤਰ੍ਹਾਂ ਅਰੇਂਜ ਕਰ ਰਹੇ ਆ। ਪਰ ਸੰਕਟ ਬਹੁਤ ਵੱਡਾ ਆ ਤੇ ਜਿੱਥੇ ਇਹ ਫਿਰ ਬੇਬੀ ਫਾਰਮੂਲਾ ਮਿਲ ਨਹੀਂ ਰਿਹਾ, ਰਿਪੋਰਟ ਇਹ ਵੀ ਆਈ ਆ ਕਿ ਜਦੋਂ ਇਹ ਮਿਲ ਨਹੀਂ ਰਿਹਾ ਤੇ ਜਿੰਨਾ ਕੁ ਹੈਗਾ ਆ ਉਹ ਬਹੁਤ ਮਹਿੰਗਾ ਹੋ ਚੁੱਕਾ, ਕਿਉਂਕਿ ਸਪਲਾਈ ਪਿੱਛੋਂ ਹੈ ਨਹੀਂ। ਸਾਰੇ ਦੀ ਪੈਨਿਕ ਬਾਇੰਗ ਹੋ ਗਈ, ਲੋਕਾਂ ਨੇ ਸਾਰੇ ਦਾ ਸਾਰਾ ਬੇਬੀ ਫਾਰਮੂਲਾ ਖਰੀਦ ਲਿਆ ਤੇ ਹੁਣ ਇਹਦੇ ਤੋਂ ਬਾਅਦ ਫਿਰ ਜਿਹੜੀ ਹੈਗੀ ਆ ਉਹ ਲੋਕਾਂ ਨੇ ਇਹਦੀ ਕੀਮਤ ਜਿਹੜੀ ਆ ਉਹ ਕਾਫੀ ਵਧਾ ਦਿੱਤੀ ਆ। ਅਥਾਰਟੀਜ਼ ਕਰ ਰਹੀਆਂ ਕਿ ਜਲਦੀ ਇਹ ਅਵੇਲੇਬਲ ਹੋ ਜਾਊਗਾ। ਇੰਨਾ ਐਕਸਪੈਂਸਿਵ ਹੋ ਚੁੱਕਾ ਕਿਉਂਕਿ ਉਧਰਲੇ ਪਾਸੇ ਰੀਕਾਲ ਕੀਤਾ ਗਿਆ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਗੱਲਾਂ ਬਾਤਾਂ ਕਦੋਂ ਇਹ ਐਬਟ ਬ੍ਰਾਂਡ ਦਾ ਫਾਰਮੂਲਾ ਇੱਥੇ ਪਹੁੰਚਦਾ ਆ, ਜਦੋਂ ਫੈਕਟਰੀ ਚਾਲੂ ਹੋਵੇਗੀ ਉਹਦੇ ਤੋਂ ਬਾਅਦ ਵੀ ਦੱਸਦੇ ਆ ਕਿ ਕੁਝ ਸਮਾਂ ਇਹ ਸਾਰੇ ਕੁਛ ਨੂੰ ਨੋਰਮਲ ਹੁੰਦੇ ਨੂੰ ਲੱਗ ਜਾਣਾ। ਪਰ ਮਾਪੇ ਸਟਰਗਲ ਕਰ ਰਹੇ ਆ, ਇੱਧਰਲੇ ਉੱਧਰੋਂ ਮੰਗਵਾ ਰਹੇ ਆ ਤੇ ਬਾਰਡਰ ਦੇ ਦੂਜੇ ਪਾਸੇ ਬੈਠੇ ਲੋਕ ਇੱਧਰ ਕਿਸੇ ਤਰ੍ਹਾਂ ਕੋਸ਼ਿਸ਼ ਕਰ ਰਹੇ ਆ ਕਿ ਜੇ ਇੱਧਰਲੇ ਕਿਸੇ ਸਟੋਰ ਤੋਂ ਬੇਬੀ ਫਾਰਮੂਲਾ ਮਿਲ ਸਕਦਾ ਹੋਵੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।